ਤੁਸੀਂ देख लो की कह रहे हो इस वेले $5100 $5100 रुपया नहीं $5100 कह रहे हो तुसी। मैं सोच समझ के ही ये कह रहे हैं कि जेड़ा भी माँ प्यो अपनियां कुड़ियां दे पैसे खर्च करके उन्होंने चंगी शिक्षा नहीं दवा सकता, असी $5100 बच्चे नूं असी पे करांगे सगन स्कीम दे तहत। कैप्टन सरकार ने भी अनाउंस की थी शगन स्कीम, इस तो पहला बादल सरकार ने भी अनाउंस की थी, वो मिली किसी ने। ਇੱਥੇ ਜੋ ਜੇਪੀ ਸਿੰਘ ਕਹਿੰਦਾ ਜੀ ਉਹ ਕਰਕੇ ਦਿਖਾਉਂਦਾ। ਅੱਜ ਤੁਸੀਂ ਇਸ ਗੱਲ ਨੂੰ ਰਿਕਾਰਡ ਕਰ ਲਓ, ਜਿਹੜੀ ਵੀ ਗਰੀਬ ਪਰਿਵਾਰ ਦੀ ਲੜਕੀ ਕੈਨੇਡਾ ਪੜਨ ਜਾਏਗੀ, ਜੇਕਰ ਉਹਦਾ ਵੀਜ਼ਾ ਆ ਜਾਂਦਾ ਹੈ ਸੋ ਉਹਨੂੰ ਅਸੀਂ $5100 ਸਗਮ ਸਕੀਮ ਦੇ ਤਹਿਤ ਤੁਹਾਨੂੰ ਇੱਥੇ ਬੁਲਾਵਾਂਗੇ ਔਰ ਤੁਹਾਡੇ ਹੱਥੋਂ ਹੀ $5100 ਦਵਾਵਾਂਗੇ। ਜੇਕਰ ਨਹੀਂ ਮਿਲੇਗਾ ਤਾਂ ਮੇਰਾ ਨਾਮ ਜੇਪੀ ਸਿੰਘ ਨਹੀਂ ਹੋਏਗਾ। ਜਿਹੜੀਆਂ ਕੁੜੀਆਂ ਇੱਥੋਂ ਚਲੀ ਜਾਂਦੀਆਂ ਨੇ ਜੇਪੀ ਜੀ, ਉਹ ਵੀ ਤਾਂ ਜਾ ਕੇ ਸ਼ੋਸ਼ਣ ਕਰਦੀਆਂ ਨੇ, ਉਹਦਾ ਕਾਰਨ ਕੀ ਮੰਨਦੇ ਹੋ? ਇੱਥੇ ਕੁਝ ਹੋਰ ਹੁੰਦੀਆਂ ਨੇ ਤੇ ਉੱਥੇ ਜਾ ਕੇ ਉਹ ਵੀ ਬਦਲ ਜਾਂਦੀਆਂ ਨੇ। ਇੱਥੇ ਮਾਂ-ਬਾਪ ਫੋਰਸ ਕਰਦੇ ਆਪਣੀ ਕੁੜੀ ਨੂੰ, ਇਸੇ ਲਈ ਤੇ ਵਿਆਹ ਟੁੱਟ ਰਹੇ। ਪੈਸੇ ਮੁੰਡੇ ਵਾਲਿਆਂ ਨੇ ਖਰਚ ਕੀਤੇ, ਕੁੜੀ ਨਿਊਜ਼ੀਲੈਂਡ ਚਲ ਗਈ, ਮੁੰਡੇ ਦਾ ਵੀਜ਼ਾ ਨਹੀਂ ਲੱਗਾ। ਹੁਣ ਵੀਜ਼ਾ ਆਫਿਸਰ ਜਿਹੜਾ ਅੰਬੈਸੀ ਦੇ ਵਿੱਚ ਜੌਬ ਕਰਦਾ ਇੱਕ ਐਜੂਕੇਟਿਡ ਪਰਸਨ ਹੈਗਾ ਔਰ ਉਹਨੂੰ ਇਹ ਪਤਾ ਹੈ ਕਿ ਕਿਹੜਾ ਵਿਆਹ ਓਰੀਜਨਲ ਹੈ, ਕਿਹੜਾ ਕੰਟਰੈਕਟ ਮੈਰਿਜ ਹੈ। ਫਰੂਕੀ ਸਾਹਿਬ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਇੱਕ ਏਜੰਟ ਵੀ ਗੁਨਾਹਗਾਰ ਹੈਗਾ, ਉਹ ਧੋਖੇਬਾਜ਼ ਏਜੰਟ ਜਿਹੜਾ ਪੈਸਿਆਂ ਦੇ ਲਾਲਚ ਦੇ ਵਿੱਚ ਇਹੋ ਜਿਹੇ ਅਖਬਾਰਾਂ 'ਚ ਇਸ਼ਤਿਹਾਰ ਕਢਾਉਂਦਾ। ਸੋ ਅੱਜ ਉਹ ਮਾਂ-ਬਾਪ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਡਾਲਰਾਂ ਦੇ ਚਮਕ ਦੇ ਵਿੱਚ ਆਪਣੀਆਂ ਧੀਆਂ ਦਾ ਨਾਂ ਸੌਦਾ ਕਰੋ। ਸੋ ਕਿਸੇ ਨੂੰ ਪੈਸੇ ਦੇ ਵਿੱਚ ਕੋਈ ਦਿੱਕਤ ਆ ਰਹੀ ਆ, ਉਹ ਪੈਸੇ ਨਹੀਂ ਖਰਚ ਕਰ ਰਹੇ, ਮੇਰੇ ਕੋਲ ਆਓ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਕਰਵਾ ਚੌਥ ਇੰਟਰਵਿਊ ਤੋਂ ਬਾਅਦ ਬਹੁਤ ਸਾਰੇ ਕਮੈਂਟ ਇਦਾਂ ਦੇ ਆਏ ਜਿਸ ਨੇ ਇੱਕ ਹੋਰ ਇੰਟਰਵਿਊ ਜਿਹੜੀ ਉਹ ਸਾਨੂੰ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਜਿਹੜੇ MD ਨੇ, ਪ੍ਰਬੰਧਕ ਨੇ, JP ਸਿੰਘ ਹੋਰਾਂ ਨਾਲ ਕਰਨ ਲਈ ਮਜਬੂਰ ਕਰ ਦਿੱਤਾ। ਉਹ ਮੁੱਦਾ ਹੈ ਪੰਜਾਬ ਦੇ ਵਿੱਚ ਕੁੜੀਆਂ ਦੇ 7 ਬੈਂਡ ਆਉਂਦੇ ਨੇ ਤੇ ਉਹ ਅਖਬਾਰਾਂ ਦੇ ਵਿੱਚ, ਮੈਗਜ਼ੀਨ ਦੇ ਵਿੱਚ ਇਸ਼ਤਿਹਾਰ ਦਿੰਦੇ ਨੇ ਕੁੜੀ ਦੇ ਪਰਿਵਾਰ ਵੱਲੋਂ ਕਿ ਕੁੜੀ ਦੇ ਇੰਨੇ ਬੈਂਡ ਨੇ ਤੇ ਉਹਨਾਂ ਨੂੰ ਵਰ ਚਾਹੀਦਾ ਹੈ, ਮੁੰਡਾ ਚਾਹੀਦਾ ਹੈ, ਜਾਂ ਫਿਰ ਹੁੰਦਾ ਹੈ ਉਲਟਾ, ਮੁੰਡੇ ਦੇ ਲਈ ਕੁੜੀ 7 ਬੈਂਡ ਵਾਲੀ ਚਾਹੀਦੀ ਹੈ। ਇੱਦਾਂ ਦੇ ਇਸ਼ਤਿਹਾਰ ਸਾਡੇ ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਤੇ, ਮੈਟਰੀਮੋਨੀਅਲਸ ਸਾਈਟਸ ਦੇ ਉੱਤੇ ਭਰੇ ਪਏ ਨੇ। ਪਰ ਪੰਜਾਬ ਦੇ ਵਿੱਚ ਅਜਿਹੇ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਇਹਨਾਂ ਇਸ਼ਤਿਹਾਰਾਂ ਨੇ, ਇੱਦਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਰਿਵਾਜ਼ ਨੇ ਬਰਬਾਦ ਕਰ ਦਿੱਤੀਆਂ ਨੇ। ਚਾਹੇ ਮਾਮਲਾ ਨਾਭੇ ਦਾ ਹੋਵੇ ਜਿਨ੍ਹਾਂ ਦੀ ਇੱਕ ਨੂੰਹ ਕੈਨੇਡਾ ਜਾ ਕੇ ਬਦਲ ਜਾਂਦੀ ਹੈ, ਜਾਂ ਮਾਮਲਾ ਬਰਨਾਲੇ ਦਾ ਹੋਵੇ ਜਦੋਂ ਇੱਕ ਕੁੜੀ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹ ਲਗਭਗ ਸਹੁਰਾ ਪਰਿਵਾਰ ਦਾ 7.5 ਲੱਖ ਰੁਪਇਆ ਲੈ ਕੇ ਇੱਥੋਂ ਚਲੀ ਗਈ, ਮੁੜ ਕੇ ਸਾਰ ਨਹੀਂ ਲਈ। ਸੋ ਇੱਦਾਂ ਦੇ ਸਵਾਲ ਅੱਜ ਸ਼ੁਰੂ ਕਰਦੇ ਹਾਂ। JP ਸਿੰਘ ਹੋਰਾਂ ਕੋਲ ਅਸੀਂ ਪਹੁੰਚੇ ਹਾਂ। JP ਸਰ, ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ। ਥੈਂਕ ਯੂ ਜੀ। ਔਰ ਹਕੀਕਤ ਟੀਵੀ ਦੇਖ ਰਹੇ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਔਰ ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਫਰੂਕੀ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਹਮੇਸ਼ਾ ਹੀ ਆਪਣਾ ਟਾਈਮ ਕੱਢਦੇ ਹੋ ਔਰ ਸਾਨੂੰ ਪ੍ਰਮੋਟ ਕਰਦੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। JP ਸਰ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਹਾਲਾਤ ਇਸ ਹੱਦ ਤੱਕ ਬੱਤਰ ਹੋ ਚੁੱਕੇ ਨੇ ਕਿ ਤੁਸੀਂ ਕੋਈ ਨਾ ਕੋਈ ਅਖਬਾਰ ਚੱਕੋ, ਸੰਡੇ ਦਾ ਚੱਕ ਲਓ, ਚਾਹੇ ਕਿਸੇ ਹੋਰ ਦਿਨ ਦਾ ਚੱਕ ਲਓ, ਭਰੇ ਪਏ ਨੇ ਇਸ਼ਤਿਹਾਰ ਕਿ ਮੁੰਡੇ ਲਈ 7 ਬੈਂਡ ਵਾਲੀ ਕੁੜੀ ਚਾਹੀਦੀ ਹੈ, ਜਾਂ ਕੁੜੀ ਲਈ ਇਸ ਅਸੀਂ ਕਹਿ ਸਕਦੇ ਹਾਂ ਕਿ ਕੁੜੀਆਂ ਦੇ 7 ਜਾਂ 8 ਬੈਂਡ ਹੁੰਦੇ ਨੇ, ਉਹਨਾਂ ਲਈ ਮੁੰਡਾ ਚਾਹੀਦਾ। ਸੋ ਇਹ ਜਿਹੜਾ ਮੁੱਦਾ ਨਾ ਜੀ ਬਹੁਤ ਹੀ ਗੰਭੀਰ ਮੁੱਦਾ ਹੈਗਾ, ਸੋ ਔਰ ਚਿੰਤਾ ਦਾ ਵਿਸ਼ਾ ਹੈਗਾ। ਔਰ ਦੂਸਰਾ ਮੈਂ ਕਹਿਣਾ ਨਹੀਂ ਚਾਹੁੰਦਾ ਬਟ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜੇ ਲੜਕੀਆਂ ਦੇ ਮਾਂ-ਬਾਪ ਨੇ ਸੋ ਕਿਤੇ ਨਾ ਕਿਤੇ ਡਾਲਰਾਂ ਦੀ ਚਮਕ ਦੇ ਵਿੱਚ ਆਪਣੀ ਕੁੜੀਆਂ ਦਾ ਸੌਦਾ ਕਰ ਰਹੇ ਆ। ਬੜੀ ਸ਼ਰਮਨਾਕ ਗੱਲ ਆ। ਸੋ ਅੱਜ ਜਿਹੜਾ ਹੈਗਾ ਮੁੱਦਾ ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਸਾਨੂੰ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇਕਰ ਤੁਹਾਡਾ ਬੱਚਾ ਐਜੂਕੇਟ ਆ ਤੇ ਤੁਸੀਂ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਦੇ ਚੱਕਰ ਦੇ ਵਿੱਚ ਉਸ ਨੌਜਵਾਨ ਮੁੰਡੇ ਦੇ ਨਾਲ ਵਿਆਹ ਕਰ ਲੈਂਦੇ ਹੋ ਜਿਹੜੀ ਉਹਦੀ ਐਜੂਕੇਸ਼ਨ ਦੇ ਲੈਵਲ ਦੇ ਮੈਚ ਨਹੀਂ ਕਰਦੀ। ਮੇਰੇ ਕਹਿਣ ਦਾ ਭਾਵ ਹੈ ਕਿ ਮੰਨ ਲਓ ਕਿ ਇੱਕ ਕੁੜੀ BSc ਨਰਸਿੰਗ ਕੀਤੀ ਹੈ,
ਅੱਜ ਉਹ ਕੁੜੀ ਕੋ 7 ਬੈਂਡ ਨੇ, ਉਹ ਵਿਦੇਸ਼ ਜਾਣਾ ਚਾਹੁੰਦੀ, ਪੈਸਾ ਨਹੀਂ ਹੈਗਾ। ਉਹ ਕੀ ਕਰਦੇ ਨੇ, ਅਖਬਾਰ ਦੇ ਵਿੱਚ ਇਸ਼ਤਿਹਾਰ ਦਿੰਦੇ ਨੇ ਔਰ ਅਪਰੋਚ ਹੁੰਦੀ ਉਸ ਮੁੰਡੇ ਵੱਲੋਂ ਜਿਹੜਾ ਵਿਦੇਸ਼ ਜਾਣਾ ਚਾਹੁੰਦਾ ਬਟ ਵਿਦੇਸ਼ ਜਾਣ ਦੇ ਕਾਬਿਲ ਨਹੀਂ ਆ। ਬਿਲਕੁਲ। ਸੋ ਉਹਨਾਂ ਕੋ ਪੈਸਾ ਹੈ ਤੇ ਕੁੜੀ ਵਾਲਿਆਂ ਕੋ ਕੁੜੀ ਤੇ ਆਇਲਸ ਦੇ ਬੈਂਡ ਹੈਗੇ ਨੇ, ਬਟ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ ਇਹ ਸਾਰੀਆਂ ਕੰਟਰੈਕਟ ਮੈਰਿਜ ਹੁੰਦੀਆਂ ਨੇ। ਕੰਟਰੈਕਟ ਮੈਰਿਜ ਕਿਤੇ ਨਾ ਕਿਤੇ ਕੁੜੀ ਵਾਲੇ ਚਾਹੁੰਦੇ ਨੇ ਕਿ ਉਹਨਾਂ ਦੀ ਕੁੜੀ ਵਿਦੇਸ਼ ਚਲ ਜੇ ਤੇ ਮੁੰਡੇ ਵਾਲੇ ਚਾਹੁੰਦੇ ਨੇ ਉਹਨਾਂ ਦਾ ਮੁੰਡਾ ਵੀ ਕੁੜੀ ਦੇ ਸਹਾਰੇ ਬਾਹਰ ਚਲ ਜੇ। ਬਟ ਇਹ ਰਿਵਾਜ ਬਹੁਤ ਖਤਰਨਾਕ ਰਿਵਾਜ ਨਹੀਂ, ਤੁਹਾਨੂੰ ਨਹੀਂ ਲੱਗਦਾ ਕਿ ਇਹ ਡੈਫੀਨੇਟਲੀ ਬਹੁਤ ਖਤਰਨਾਕ ਹੈਗਾ। ਮੈਂ ਬਹੁਤ ਸਾਰੇ ਪੁਲਿਸ ਅਫਸਰਾਂ ਦੇ ਕੋਲ ਮੈਂ ਜਾਂਦਾ ਰਹਿੰਦਾ ਹੈਗਾ ਔਰ ਉੱਥੇ 70% ਕੰਪਲੇਂਟਸ ਨੇ ਇਹੋ ਜੀਆਂ। ਕੁਝ ਦਿਨ ਪਹਿਲਾਂ ਮੈਂ ਇੱਕ ਜਲੰਧਰ ਦੇ ਪੁਲਿਸ ਅਧਿਕਾਰੀ ਕੋਲ ਬੈਠਾ ਸੀ, ਉੱਥੇ ਮਾਲਵੇ ਏਰੀਏ ਦੀ ਇੱਕ ਕੁੜੀ ਦੇ 7 ਬੈਂਡ ਸੀ, ਉਹਦਾ ਵਿਆਹ ਹੋਇਆ ਅਖਬਾਰ ਦੇ ਜ਼ਰੀਏ, ਪੈਸੇ ਮੁੰਡੇ ਵਾਲਿਆਂ ਨੇ ਖਰਚ ਕੀਤੇ, ਕੁੜੀ ਨਿਊਜ਼ੀਲੈਂਡ ਚਲ ਗਈ, ਮੁੰਡੇ ਦਾ ਵੀਜ਼ਾ ਨਹੀਂ ਲੱਗਾ। ਫਰੂਕੀ ਸਾਹਿਬ, ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਇੱਕ ਏਜੰਟ ਵੀ ਗੁਨਾਹਗਾਰ ਹੈਗਾ, ਉਹ ਧੋਖੇਬਾਜ਼ ਏਜੰਟ ਜਿਹੜਾ ਪੈਸਿਆਂ ਦੇ ਲਾਲਚ ਦੇ ਵਿੱਚ ਇਹੋ ਜਿਹੇ ਅਖਬਾਰਾਂ 'ਚ ਇਸ਼ਤਿਹਾਰ ਕਢਾਉਂਦਾ। ਇਹ ਜਿਹੜੇ ਇਸ਼ਤਿਹਾਰ ਹੁੰਦੇ ਨੇ, ਤੁਹਾਡੀ ਜਾਣਕਾਰੀ ਲਈ ਦੱਸਦਾ, ਕੁੜੀਆਂ ਦੇ ਮਾਪੇ ਨਹੀਂ ਦਿੰਦੇ। ਇਹ ਕੌਣ ਦਿੰਦਾ? ਏਜੰਟ। ਕੁੜੀ ਵਾਲੇ ਅਪਰੋਚ ਕਰਦੇ ਏਜੰਟ ਕੋਲ ਕਿ ਸਾਡੀ ਕੁੜੀ ਦੇ 7 ਬੈਂਡ ਨੇ, ਸਾਨੂੰ ਉਸ ਮੁੰਡੇ ਦੀ ਦੱਸ ਪਾਓ ਜਿਹੜਾ ਸਾਡੀ ਕੁੜੀ ਨਾਲ ਵਿਆਹ ਕਰਾ ਲੇ ਤੇ ਆਪ ਵੀ ਬਾਹਰ ਚਲੇ ਜੇ ਤੇ ਉਹ ਵੀ ਚਲੇ ਜਾਣ। ਜਦੋਂ ਇਹ ਜਿਹੜੇ ਇਸ਼ਤਿਹਾਰ ਦਿੰਦੇ ਨੇ, ਏਜੰਟ ਦਿੰਦੇ ਆ, ਕੁੜੀ ਵਾਲੇ ਨਹੀਂ ਦਿੰਦੇ। ਤੁਸੀਂ ਕਿਸੇ ਵੀ ਇਸ਼ਤਿਹਾਰ ਤੇ ਕਾਲ ਕਰਕੇ ਦੇਖ ਲਓ, ਉਹ ਕਾਲ ਬੰਦਾ ਚੱਕਦਾ, ਉਹ ਕਹਿੰਦਾ ਜੀ ਠੀਕ ਆ, ਮੈਂ ਰਿਸ਼ਤਾ ਕਰਵਾ ਦੂੰਗਾ, ਮੇਰੀ ਇੰਨੀ ਫੀਸ ਆ। ਉਹ ਆਪਣੀ ਫੀਸ ਲੈ ਲੈਂਦਾ, ਕੁੜੀ ਮੁੰਡੇ ਨੂੰ ਮਿਲਾ ਦਿੰਦਾ, ਉਸ ਤੋਂ ਬਾਅਦ ਵਿਆਹ ਹੋ ਜਾਂਦਾ ਜੀ। ਔਰ ਵਿਆਹ ਹੋਣ ਤੋਂ ਬਾਅਦ ਕੁੜੀ ਦਾ ਵੀਜ਼ਾ ਲੱਗ ਜਾਂਦਾ ਔਰ ਕੁੜੀ ਦਾ ਵੀਜ਼ਾ ਲੱਗ ਜਾਂਦਾ ਹੈ ਔਰ ਇਹ ਸਾਰੀਆਂ ਚੀਜ਼ਾਂ ਵੀਜ਼ਾ ਆਉਣ ਤੋਂ ਬਾਅਦ ਕਰਦੇ ਨੇ ਜਾਂ ਇਮੀਡੀਏਟਲੀ ਕਰਦੇ ਆ। ਹੁਣ ਵੀਜ਼ਾ ਆਫਿਸਰ ਜਿਹੜਾ ਅੰਬੈਸੀ ਦੇ ਵਿੱਚ ਜੌਬ ਕਰਦਾ, ਇੱਕ ਐਜੂਕੇਟਡ ਪਰਸਨ ਹੈਗਾ ਔਰ ਉਹਨੂੰ ਇਹ ਪਤਾ ਹੈ ਕਿ ਕਿਹੜਾ ਵਿਆਹ ਓਰੀਜਨਲ ਹੈ, ਕਿਹੜਾ ਕੰਟਰੈਕਟ ਮੈਰਿਜ ਹੈ। ਹੁਣ ਅੱਜ ਕੋਈ ਵੀ ਦੁਨੀਆ 'ਚ ਇਹੋ ਜਿਹਾ ਵਿਆਹ ਨਹੀਂ ਹੁੰਦਾ ਜਿਹੜਾ ਇਮੀਡੀਏਟਲੀ ਹੋ ਜਾਂਦਾ। ਵਿਆਹ ਤੋਂ ਪਹਿਲਾਂ ਕੋਈ ਅੰਗੇਜਮੈਂਟ ਹੁੰਦੀ ਆ, ਅੰਗੇਜਮੈਂਟ ਤੋਂ ਬਾਅਦ ਕੋਈ ਸਮਾਂ ਪੈਂਦਾ ਹੈ, ਮੁੰਡਾ ਕੁੜੀ ਇੱਕ ਦੂਸਰੇ ਨੂੰ ਜਾਣਨ ਦੀ ਕੋਸ਼ਿਸ਼ ਕਰਦੇ, ਫਿਰ ਸਾਲ ਦੇ ਸਮੇਂ ਤੋਂ ਬਾਅਦ ਵਿਆਹ ਹੁੰਦਾ। ਹੁਣ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਫਟਾਫਟ ਹੀ ਹੋ ਜਾਂਦੀਆਂ, ਕੋਈ ਪ੍ਰੂਫ ਨਹੀਂ ਹੁੰਦਾ ਔਰ ਰਿਐਲਿਟੀ ਦੇ ਵਿੱਚ ਇਹ ਵਿਆਹ ਨਹੀਂ ਹੁੰਦੇ। ਬਹੁਤ 50% ਕੇਸਾਂ ਦੇ ਵਿੱਚ ਇਹ ਕੰਟਰੈਕਟ ਮੈਰਿਜ ਹੁੰਦੀਆਂ ਨੇ। ਹੁਣ ਇਹਨਾਂ ਕੇਸਾਂ ਦੇ ਵਿੱਚ ਪੰਜਾਬ ਦੇ ਜ਼ਿਲ੍ਹੇ ਦੇ ਕਿਸੇ ਵੀ ਥਾਣੇ ਨੂੰ ਫੜ ਲਓ, ਉੱਥੇ 10 ਕੰਪਲੇਂਟਾਂ ਪੱਕੀਆਂ ਹੈ, ਜਾਂ ਤੇ ਮੁੰਡੇ ਦੇ ਖਿਲਾਫ ਤੇ ਜਾਂ ਕੁੜੀ ਦੇ ਖਿਲਾਫ ਕਿ ਕੁੜੀ ਖੁਦ ਬਾਹਰ ਚਲ ਗਈ, ਮੇਰਾ ਵੀਜ਼ਾ ਨਹੀਂ ਲੱਗਾ। ਹੁਣ ਵੀਜ਼ਾ ਕੁੜੀ ਨੇ ਨਹੀਂ ਲਵਾ ਕੇ ਦੇਣਾ, ਵੀਜ਼ਾ ਤੇ ਐਮਬੈਸੀ ਨੇ ਦੇਣਾ ਹੈ। ਤੁਹਾਡਾ ਰਿਲੇਸ਼ਨ ਪ੍ਰੂਫ ਨਹੀਂ ਹੋ ਰਿਹਾ। ਅੱਜ ਦੁਨੀਆ ਦੇ ਵਿੱਚ ਬੰਦਾ ਕੋਈ ਵੀ, ਤੁਹਾਡਾ ਵੀ ਵਿਆਹ ਹੋਇਆ, ਕੀ ਤੁਸੀਂ ਵਿਆਹ ਕਰਾਉਣ ਤੋਂ ਅਗਲੇ ਦਿਨ ਹੀ ਆਪਣੀ ਵਾਈਫ ਨੂੰ ਛੱਡ ਕੇ ਵਿਦੇਸ਼ ਚਲ ਗਏ? ਕੀ ਵੀਜ਼ਾ ਆਫਿਸਰ ਬੇਵਕੂਫ ਥੋੜੀ ਆ? ਉਹਨੂੰ ਵੀ ਇਹ ਸਮਝ ਆ ਕਿ ਇੱਕ ਬੰਦਾ ਵਿਆਹ ਕਰਾਉਂਦਾ ਏ, ਉਹ ਆਪਣੀ ਵਾਈਫ ਦੇ ਨਾਲ ਐਟ ਲੀਸਟ 2-3 ਮਹੀਨੇ ਤੇ ਸਪੈਂਡ ਕਰਦਾ ਹੈ ਨਾ। ਸੋ ਇਹੋ ਜਿਹਾ ਕਿਹੜਾ ਵਿਆਹ ਜੀ, ਅੱਜ ਵਿਆਹ ਕਰਾਓ ਤੇ ਕੱਲ ਵਿਦੇਸ਼ ਚਲੇ ਜਾਓ, ਆਪਣੀ ਵਾਈਫ ਜਾਂ ਆਪਣੇ ਪਤੀ ਨੂੰ ਇੱਥੇ ਛੱਡ ਦਿਓ, ਉੱਥੋਂ ਹੀ ਪਤਾ ਚੱਲ ਜਾਂਦਾ ਕਿ ਇਹ ਕੰਟਰੈਕਟ ਮੈਰਿਜ ਹੈ। ਸੋ ਇਹ ਸਾਰੀਆਂ ਫਰਜ਼ੀਵਾੜਾ। ਦੂਸਰਾ, ਅੱਜ ਅੰਬੈਸੀ ਨੇ ਹਰ ਇੱਕ ਅੰਬੈਸੀ ਨੇ ਜਿਹੜੀ ਆਪਣੀ ਇੱਕ ਇਨਵੈਸਟੀਗੇਸ਼ਨ ਟੀਮ ਵੀ ਬਣਾ ਦਿੱਤੀ, ਜਿਹਨੂੰ ਆਪਾਂ CID ਕਹਿ ਦਿੰਦੇ। ਉਹ ਟੀਮ ਕੀ ਕਰਦੀ ਆ, ਜਿਸ ਜ਼ਿਲ੍ਹੇ ਦਾ ਮੁੰਡਾ ਕੁੜੀ ਹੁੰਦੇ ਆ ਉਹਦੇ ਆਂਢ ਗੁਆਂਢ ਤੋਂ ਪਤਾ ਕਰਦੇ ਜੀ ਇੱਥੇ ਕੋਈ ਬੈਂਡ ਵੱਜੇ, ਕੋਈ ਬਰਾਤ ਆਈ, ਕੋਈ ਡੋਲੀ ਉੱਠੀ, ਕੋਈ ਫੰਕਸ਼ਨ ਹੋਏ, ਉਹ ਆਂਢ ਗੁਆਂਢ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਕੁੜੀ ਦਾ ਵਿਆਹ ਹੋ ਗਿਆ। ਉਹ ਕਹਿੰਦੇ ਜੀ ਇਦਾਂ ਦਾ ਤਾਂ ਅਸੀਂ ਵੇਖਿਆ ਹੀ ਨਹੀਂ ਇੱਥੇ। ਫਿਰ ਉਹ ਰਿਪੋਰਟ ਜਾਂਦੀ ਹੈ ਕਿ ਇੱਥੇ ਤੇ ਕੁਝ ਹੋਇਆ ਹੀ ਨਹੀਂ। ਉੱਥੋਂ ਵੀਜ਼ਾ ਆਫਿਸਰ ਨੂੰ ਪਤਾ ਚੱਲ ਜਾਂਦਾ ਕਿ ਇਹ ਕੰਟਰੈਕਟ ਮੈਰਿਜ ਆ ਔਰ ਵੀਜ਼ਾ ਆਫਿਸਰ ਇਹ ਕਹਿ ਕੇ ਰਿਫਿਊਜ਼ਲ ਲਾ ਦਿੰਦਾ ਹੈ ਕਿ ਮੈਂ ਤੁਹਾਡੇ ਵਿਆਹ ਨੂੰ ਜੈਨੂਇਨ ਨਹੀਂ ਮੰਨਦਾ, ਕਿਉਂਕਿ ਉਹਨਾਂ ਦੀ ਟੀਮ ਨੇ ਰਿਟਨ 'ਚ ਪ੍ਰੂਫ ਦਿੱਤੇ ਹੁੰਦੇ ਆ, ਉਹਨਾਂ ਨੇ ਆਂਢ ਗੁਆਂਢ ਤੋਂ ਸਟੇਟਮੈਂਟ ਰਿਕਾਰਡ ਕੀਤੀਆਂ ਹੁੰਦੀਆਂ, ਜਿਹਦੀ ਵਜ੍ਹਾ ਦੇ ਕਾਰਨ ਵੀਜ਼ਾ ਰਿਫਿਊਜ਼ ਹੋ ਜਾਂਦਾ। ਪਰ ਇੱਥੇ ਤੇ JP ਸਰ ਹਾਲਾਤ ਇਦਾਂ ਦੇ ਨੇ, ਫਿਰ ਕੁੜੀਆਂ ਤੇ ਮੁੰਡੇ ਜਾਣ ਕਿੱਧਰ? ਦੇਖੋ, ਅੱਜ ਜਿਹੜੀ ਵੀ ਕੁੜੀ ਜਾਂ ਮੁੰਡੇ ਨੇ ਵਿਦੇਸ਼ ਜਾਣਾ ਹੈ, ਉਹਨਾਂ ਨੂੰ ਸਹੀ ਰਸਤਾ ਅਖਤਿਆਰ ਕਰਨਾ ਪਊਗਾ, ਕੰਟਰੈਕਟ ਮੈਰਿਜ ਨਾ ਕਰਵਾ ਕੇ ਜਾਣ। ਔਰ ਮੈਂ ਜਿਹੜਾ ਸਟਾਰਟਿੰਗ ਦੇ ਦੱਸਿਆ ਕਿ ਪੰਜਾਬ ਦੇ ਉਹ ਮਾਂ-ਬਾਪ ਜਿਹੜੇ ਡਾਲਰਾਂ ਦੀ ਚਮਕ ਦੇ ਵਿੱਚ ਆਪਣੀਆਂ ਧੀਆਂ, ਜਿਨ੍ਹਾਂ ਦੀ ਪੜ੍ਹਨ ਲਿਖਣ ਦਾ ਸਮਾਂ ਹੈ, ਜਿਨ੍ਹਾਂ ਦਾ ਖੇਡਣ ਦਾ ਸਮਾਂ ਹੈ, ਸਿਰਫ ਡਾਲਰਾਂ ਦੀ ਚਮਕ ਦੇ ਵਿੱਚ ਆਪਣੀਆਂ ਕੁੜੀਆਂ ਦਾ ਉਹਨਾਂ ਮੁੰਡਿਆਂ ਦੇ ਨਾਲ ਸੌਦਾ ਕਰ ਦਿੰਦੇ। ਸਿੱਧਾ ਸ਼ਰੇਆਮ ਸੌਦਾ ਹੈ।
ਵਿਦੇਸ਼ ਜਾਣ ਲਈ, ਕਿਉਂਕਿ ਉਹ ਚਾਹੁੰਦੇ ਕਿ ਉਹਨਾਂ ਦੀ ਕੁੜੀ ਨੇ ਆਇਲਸ ਕਰ ਲਈ ਤੇ ਖਰੇ PhD ਕਰ ਲਈ। ਸੋ ਉਹ ਇਹ ਸਮਝਦੇ ਵੀ ਉਹਨਾਂ ਦੀ ਕੁੜੀ ਕੋ ਅੱਜ ਜੇ ਆਇਲਸ ਦਾ ਸਰਟੀਫਿਕੇਟ ਆ ਨਾ ਤੇ ਉਹ PhD ਦੇ ਬਰਾਬਰ ਆ। ਮੁੰਡੇ ਵਾਲੇ ਇਹ ਸਮਝਦੇ ਕਿ ਉਹਨਾਂ ਦਾ ਮੁੰਡਾ ਜਿਹੜਾ ਹੈਗਾ ਉਹ ਆਇਲਸ ਕਰ ਨਹੀਂ ਸਕਦਾ, ਉਹਨੂੰ ਅੰਗਰੇਜ਼ੀ ਭਾਸ਼ਾ ਬੋਲਣੀ ਨਹੀਂ ਆਉਂਦੀ। ਉਹ ਕੀ ਕਰਦੇ ਨੇ, ਉਹਨਾਂ ਨਾਲ ਵਿਆਹ ਕਰਾ ਦਿੰਦੇ। ਉਹ ਕਹਿੰਦੇ ਜੀ ਠੀਕ ਹੈ ਜੀ, ਆਪਾਂ ਜਿਹੜਾ ਵਿਆਹ ਤੇ ਖਰਚਾ ਕਰਨਾ ਵਾ ਉਹ ਆਪਾਂ ਬਾਹਰ ਜਾਣ ਲਈ ਪੈਸੇ ਲਾ ਦਿੰਨੇ, ਵਿਆਹ ਸਿੰਪਲ ਕਰ ਲੈਣੇ। ਵਿਆਹ ਸਿੰਪਲ ਹੋ ਜਾਂਦਾ ਹੈ, ਉਹਦੇ ਤੇ ਪੈਸਾ ਲਾ ਦਿੰਦੇ ਆ। ਔਰ ਇਹ ਇੱਕ ਤਰ੍ਹਾਂ ਦੀ ਸੌਦੇਬਾਜ਼ੀ ਆ ਜਿਹੜੀ ਵੀ ਅੰਬੈਸੀ ਨੂੰ ਪਤਾ ਚੱਲ ਚੁੱਕੀ ਆ, ਔਰ ਇਹਦੇ ਤੇ ਵੀਜ਼ਾ ਨਹੀਂ ਲੱਗਦਾ। ਸੋ ਇਹਦੇ ਲਈ ਹੀ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਨੇ ਅੱਜ ਇੱਕ ਵੱਖਰਾ ਹੋਰ ਕਦਮ ਚੁੱਕਿਆ ਹੈਗਾ। ਸੋ ਪਹਿਲੀ ਸਾਡੀ ਆਫਰ ਕਿਸਾਨਾਂ ਦੀ ਸੀ, ਦੂਜੀ ਆਫਰ ਲੈ ਕੇ ਆਏ ਆ ਸਗਨ ਸਕੀਮ। $5500 ਦੀ ਸਗਨ ਸਕੀਮ ਦੇ ਤਹਿਤ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਕੈਨੇਡਾ ਜਾਣ ਲਈ ਫਾਈਲ ਲਗਾਓ ਤੇ $5500 ਅਸੀਂ ਉਹਨਾਂ ਨੂੰ ਸਗਨ ਦਵਾਂਗੇ। ਤੁਸੀਂ ਦੇਖ ਲਓ ਕੀ ਕਹਿ ਰਹੇ ਹੋ ਇਸ ਵੇਲੇ, $5100 $5100 ਰੁਪਈਆ ਨਹੀਂ, $5100 ਕਹਿ ਰਹੇ ਹੋ ਤੁਸੀਂ, ਕਿਉਂਕਿ ਅਸੀਂ ਵਿਦੇਸ਼ ਦਾ ਕਾਰੋਬਾਰ ਕਰਦੇ ਹਾਂ ਤੇ ਉੱਥੇ ਫੋਰਨ ਕਰੰਸੀ ਦੀ ਹੀ ਗੱਲ ਹੁੰਦੀ ਆ। ਮੈਂ ਸੋਚ ਸਮਝ ਕੇ ਹੀ ਇਹ ਕਹਿ ਰਿਹਾ ਕਿ ਜਿਹੜਾ ਵੀ ਮਾਂ ਪਿਓ ਆਪਣੀਆਂ ਕੁੜੀਆਂ ਦੇ ਪੈਸੇ ਖਰਚ ਕਰਕੇ ਉਹਨਾਂ ਨੂੰ ਚੰਗੀ ਸਿੱਖਿਆ ਨਹੀਂ ਦਿਵਾ ਸਕਦਾ, ਉਹਨਾਂ ਨੂੰ ਪੈਸੇ ਦੀ ਕਮੀ ਆ, ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਕੋਲ ਆਪਣੀ ਕੈਨੇਡਾ ਜਾਣ ਲਈ ਫਾਈਲ ਲਗਾਓ ਔਰ ਵੀਜ਼ਾ ਆਉਣ ਤੋਂ ਬਾਅਦ ਅਸੀਂ $5100 ਬੱਚੇ ਨੂੰ ਅਸੀਂ ਪੇ ਕਰਾਂਗੇ ਸਗਨ ਸਕੀਮ ਦੇ ਤਹਿਤ। ਮੇਰਾ ਮਕਸਦ ਇਹੀ ਆ ਕਿ ਪੰਜਾਬ ਦੇ ਉਹ ਮਾਪੇ ਜਿਹੜੇ ਡਾਲਰਾਂ ਦੀ ਚਮਕ ਦੇ ਵਿੱਚ ਆਪਣੀਆਂ ਧੀਆਂ ਦਾ ਸੌਦਾ ਕਰਦੇ ਨੇ ਉਹ ਬੰਦ ਹੋ ਜੇ। ਜਿਹੜੇ ਬੱਚੇ ਦੀ ਖੇਡਣ ਦੀ ਉਮਰ ਹੈ, ਜਿਹੜੇ ਬੱਚੇ ਦੀ ਪੜ੍ਹਨ ਦੀ ਉਮਰ ਆ, ਅੱਜ ਉਹਨਾਂ ਮਾਂ ਪਿਓ ਦੀ ਬੇਟੀ ਜੇਕਰ ਪੜ੍ਹ ਲਿਖ ਜਾਏਗੀ, ਚੰਗਾ ਆਪਣਾ ਕੈਰੀਅਰ ਬਣਾ ਲੇਗੀ ਤੇ ਉਹਦਾ ਵਿਆਹ ਕਿਸੇ ਚੰਗੇ ਘਰ ਹੋ ਜਾਏਗਾ। ਅੱਜ ਰਿਸ਼ਤੇ ਕਿਉਂ ਟੁੱਟ ਰਹੇ ਨੇ? ਕਿਉਂਕਿ ਕੁੜੀ ਗ੍ਰੈਜੂਏਟ ਹੈ, ਮੁੰਡਾ 10ਵੀਂ ਪਾਸ ਹੈ, ਉਹਦੀ ਤੇ ਉਹਦੀ ਸੋਚ ਦਾ ਲੈਵਲ ਮੈਚ ਨਹੀਂ ਕਰਦਾ। ਸੋ ਇਹਨਾਂ ਕਾਰਨਾਂ ਕਰਕੇ ਤੁਸੀਂ ਪੰਜਾਬ ਦੀਆਂ ਅਦਾਲਤਾਂ ਚੈੱਕ ਕਰ ਲਓ, ਹਜ਼ਾਰਾਂ ਹੀ ਡਿਵੋਰਸ ਦੇ ਕੇਸ ਚੱਲ ਰਹੇ ਹੈਗੇ ਆ। ਕਿਉਂਕਿ ਜੇਕਰ ਕੁੜੀ ਤੇ ਮੁੰਡੇ ਦਾ ਐਜੂਕੇਸ਼ਨ ਲੈਵਲ ਮੈਚ ਨਹੀਂ ਕਰੇਗਾ, ਉਹ ਵਿਆਹ ਸਕਸੈਸਫੁਲ ਨਹੀਂ ਹੋ ਸਕਦਾ, ਉਹ ਵਿਆਹ ਕਦੀ ਸਕਸੈਸਫੁਲ ਨਹੀਂ ਹੋਏਗਾ। ਜੇ ਕੁੜੀ ਜ਼ਿਆਦਾ ਪੜ੍ਹੀ ਲਿਖੀ ਹੈ ਤੇ ਮੁੰਡਾ ਘੱਟ ਪੜ੍ਹਿਆ ਲਿਖਿਆ ਹੈ, ਉਹਦੀ ਤੇ ਉਹਦੀ ਸੋਚ ਦਾ ਲੈਵਲ ਮੈਚ ਨਹੀਂ ਹੋਣਾ। ਸੋ ਅਸੀਂ ਇਹ ਟ੍ਰੈਂਡ ਖਤਮ ਕਰਨਾ ਚਾਹੁੰਦੇ। ਜਿਹੜੇ ਇਸ਼ਤਿਹਾਰ ਅਖਬਾਰਾਂ ਚ ਆਉਂਦੇ ਨੇ ਕਿ ਵਿਦੇਸ਼ ਜਾਣ ਲਈ ਸਾਨੂੰ ਮੁੰਡਾ ਚਾਹੀਦਾ, ਪੈਸੇ ਉਹ ਖਰਚੇਗਾ, ਇਸ ਟ੍ਰੈਂਡ ਨੂੰ ਖਤਮ ਕਰਨਾ ਚਾਹੁੰਦੇ ਆ। ਜਿਹੜੇ ਪੰਜਾਬ ਦੇ ਮਾਂ-ਬਾਪ ਆਪਣੀਆਂ ਧੀਆਂ ਨੂੰ ਵਿਦੇਸ਼ ਦੇ ਵਿੱਚ ਪੜ੍ਹਾਉਣਾ ਚਾਹੁੰਦੇ ਆ, ਸਿਰਫ ਅੱਜ ਫਰੂਕੀ ਸਾਹਿਬ ਕੀ ਇੱਕ ਬੰਦਾ ਚਾਹੇ ਜਿੰਨਾ ਮਰਜ਼ੀ, ਮੈਂ ਕਹਿੰਦਾ ਜੀ ਮੀਡੀਅਮ ਕਲਾਸ ਦਾ, ਕਿ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਕੇ 3.5 ਲੱਖ ਰੁਪਈਆ ਵੀ ਨਹੀਂ ਇਕੱਠਾ ਕਰ ਸਕਦਾ? ਕਰ ਸਕਦਾ ਜੀ ਕਿ ਨਹੀਂ ਕਰ ਸਕਦਾ? ਅੱਜ ਕੈਨੇਡਾ ਜਾਣ ਲਈ ਇੱਕ ਕੈਨੇਡੀਅਨ ਗਵਰਨਮੈਂਟ ਕਾਲਜ ਦੀ ਫੀਸ 8 ਤੋਂ 10 ਲੱਖ ਰੁਪਈਆ ਹੈ। ਸਾਡੇ ਥਰੂ ਫਾਈਲ ਲਗਾਓਗੇ, ਅਸੀਂ $5100 ਸਕਾਲਰਸ਼ਿਪ ਦਵਾਂਗੇ ਉਸ ਬੱਚੇ ਨੂੰ ਜਿਹੜਾ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਫਾਈਲ ਲਗਾਏਗਾ। ਇਹ ਸਿਰਫ ਤੇ ਸਿਰਫ ਸਕੀਮ ਧੀਆਂ ਲਈ ਲੈ ਕੇ ਆਏ ਆ। ਧੀ ਨੂੰ ਪੜ੍ਹਾਓ ਤੇ ਧੀ ਦੀ ਜ਼ਿੰਦਗੀ ਨੂੰ ਬਚਾਓ। ਆਪਣੀਆਂ ਧੀਆਂ ਦਾ ਸੌਦਾ ਨਾ ਕਰੋ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ। ਆਪਣੀ ਕੁੜੀ ਨੂੰ ਵਿਆਹੋ ਜਦੋਂ ਉਹਦੀ ਸਹੀ ਉਮਰ ਹੋ ਜਾਂਦੀ ਹੈ। ਜਦੋਂ ਤੁਹਾਡੀ ਧੀ ਕਿਸੇ ਮਕਾਮ ਤੇ ਪਹੁੰਚ ਜਾਂਦੀ ਹੈ, ਉਸ ਵੇਲੇ ਵੇਖੋ ਤੁਹਾਡੇ ਘਰ ਕਿਹੜੇ ਰਿਸ਼ਤਾ ਆਏਗਾ। ਅੱਜ ਜੇ ਤੁਹਾਡੀ ਧੀ ਇੰਜੀਨੀਅਰ ਬਣਦੀ ਹੈ, ਅੱਜ ਤੁਹਾਡੀ ਧੀ ਜੇ ਡਾਕਟਰ ਬਣਦੀ ਆ ਤੇ ਉਹਦੇ ਘਰ ਡਾਕਟਰ ਦਾ ਰਿਸ਼ਤਾ ਆਏਗਾ। ਜੇ ਤੁਹਾਡੀ ਧੀ ਇੰਜੀਨੀਅਰ ਬਣਦੀ ਆ ਤੇ ਤੁਹਾਡੇ ਘਰ ਰਿਸ਼ਤਾ ਇੰਜੀਨੀਅਰ ਦਾ ਆਏਗਾ। ਅੱਜ ਤੁਸੀਂ ਕੀ ਲੋਕ ਕਰ ਰਹੇ ਹੋ? ਅੱਜ ਜੇ ਤੁਹਾਡੀ ਕੁੜੀ ਨੇ BSc ਨਰਸਿੰਗ ਕੀਤੀ ਆ ਤੇ ਤੁਸੀਂ 10ਵੀਂ ਪਾਸ ਮੁੰਡਾ ਸਿਰਫ ਇਸ ਕਰਕੇ ਲੱਭ ਰਹੇ ਹੋ ਕਿਉਂਕਿ ਤੁਸੀਂ ਆਪਣੀ ਜੇਬ ਚੋਂ ਪੈਸਾ ਨਹੀਂ ਖਰਚ ਕਰਨਾ ਚਾਹੁੰਦੇ ਤੇ ਮੁੰਡੇ ਵਾਲਿਆਂ ਦੇ ਪੈਸੇ ਖਰਚ ਕਰਵਾ ਕੇ ਤੁਸੀਂ ਆਪਣੀ ਕੁੜੀ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹੋ। ਇਹ ਸਰਾਸਰ ਤੁਸੀਂ ਸੌਦੇਬਾਜ਼ੀ ਕਰਦੇ ਹੋ। ਸੋ ਸਿਰਫ ਡਾਲਰਾਂ ਦੀ ਚਮਕ ਨਾ ਦੇਖੋ। ਜਿਸ ਬੱਚੇ ਨੂੰ ਤੁਸੀਂ ਜੰਮਣ ਤੋਂ ਲੈ ਕੇ 25 ਸਾਲ ਤੱਕ ਪਾਲਿਆ, ਤੁਹਾਡੀ ਗੋਦ ਦੇ ਵਿੱਚ ਜਿਸ ਬੱਚੀ ਪਲੀ, ਅੱਜ ਡਾਲਰਾਂ ਦੀ ਚਮਕ ਦੇ ਵਿੱਚ ਤੁਸੀਂ ਉਸ ਕੁੜੀ ਨੂੰ ਆਪਣੇ ਘਰੋਂ ਨਾ ਬਾਹਰ ਕੱਢੋ। ਸੋ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਪੰਜਾਬ ਦੇ ਉਹਨਾਂ ਮਾਪਿਓ ਦੀ ਮਦਦ ਕਰੇਗੀ ਜਿਹੜੇ ਪੈਸੇ ਆਪਣੀ ਕੁੜੀ ਨੂੰ ਪੜ੍ਹਾਉਣ ਲਈ ਜਿਹੜਾ ਖਰਚ ਨਹੀਂ ਕਰ ਸਕਦੇ। ਅਸੀਂ ਦਵਾਂਗੇ $5100 ਸਗਨ ਜਦੋਂ ਬੱਚੇ ਦਾ ਵੀਜ਼ਾ ਆ ਜਾਏਗਾ। ਉਹਦੀ ਫੀਸ ਦੇ ਵਿੱਚ ਸਕਾਲਰਸ਼ਿਪ ਦਵਾਵਾਂਗੇ ਤਾਂ ਕਿ ਤੁਹਾਡੀ ਬੇਟੀ ਜਿਹੜੀ ਚੰਗਾ ਪੜ੍ਹ ਲਿਖ ਕੇ ਸਾਡੇ ਸਮਾਜ ਦਾ ਨਾਂ ਉੱਚਾ ਕਰੇ,
ਤੁਹਾਡਾ ਨਾਮ ਉੱਚਾ ਕਰੇ, ਔਰ ਜੇਕਰ ਕੁੜੀ ਪੜ ਜੇਗੀ ਤੇ ਆਉਣ ਵਾਲਾ ਭਵਿੱਖ ਵੀ ਚੰਗਾ ਹੋਏਗਾ। ਪਰ ਜੇਪੀ ਜੀ, ਕੈਪਟਨ ਸਰਕਾਰ ਨੇ ਵੀ ਅਨਾਉਂਸ ਕੀਤੀ ਸੀ ਸ਼ਗਨ ਸਕੀਮ, ਇਸ ਤੋਂ ਪਹਿਲਾਂ ਬਾਦਲ ਸਰਕਾਰ ਨੇ ਵੀ ਅਨਾਉਂਸ ਕੀਤੀ ਸੀ, ਉਹ ਮਿਲੀ ਕਿਸੇ ਨੂੰ ਨਹੀਂ। ਇੱਥੇ ਜੋ ਜੇਪੀ ਸਿੰਘ ਕਹਿੰਦਾ ਜੀ ਉਹ ਕਰਕੇ ਦਿਖਾਉਂਦਾ, ਔਰ ਤੁਸੀਂ ਇਸ ਗੱਲ ਦੇ ਗਵਾਹ ਹੋ ਕਿ ਅਸੀਂ ਜਿਹੜੀ ਕਿਸਾਨਾਂ ਲਈ ਮੁਹਿੰਮ ਚਲਾਈ ਸੀ, ਕਿਸਾਨਾਂ ਦੇ ਬੱਚਿਆਂ ਨੂੰ ਅਸੀਂ ਵੀਜ਼ੇ ਲਗਵਾ ਕੇ ਦਿੱਤੇ। ਅੱਜ ਤੁਸੀਂ ਇਸ ਗੱਲ ਨੂੰ ਰਿਕਾਰਡ ਕਰ ਲਓ, ਜਿਹੜੀ ਵੀ ਗਰੀਬ ਪਰਿਵਾਰ ਦੀ ਲੜਕੀ ਕੈਨੇਡਾ ਪੜਨ ਜਾਏਗੀ, ਜੇਕਰ ਉਹਦਾ ਵੀਜ਼ਾ ਆ ਜਾਂਦਾ ਹੈ, ਸੋ ਉਹਨੂੰ ਅਸੀਂ $5100 ਸਗਮ ਸਕੀਮ ਦੇ ਤਹਿਤ ਤੁਹਾਨੂੰ ਇੱਥੇ ਬੁਲਾਵਾਂਗੇ ਔਰ ਤੁਹਾਡੇ ਹੱਥੋਂ ਹੀ $5100 ਦਵਾਵਾਂਗੇ। ਜੇਕਰ ਨਹੀਂ ਮਿਲੇਗਾ ਤਾਂ ਮੇਰਾ ਨਾਮ ਜੇਪੀ ਸਿੰਘ ਨਹੀਂ ਹੋਏਗਾ। ਸੋ ਇਹ ਮੈਂ ਚੈਲੰਜ ਨਾ ਕਹਿਣਾ ਕਿ ਜਿਹੜੀ ਚੀਜ਼ ਅਸੀਂ ਅੱਜ ਤੱਕ ਕਹੀ ਉਹ ਕਰਕੇ ਦਿਖਾਈ ਆ। ਅੱਜ ਕੈਨੇਡਾ ਜਾਣ ਲਈ ਘੱਟੋ ਘੱਟ ਵੀ 15 ਲੱਖ ਰੁਪਈਆ ਖਰਚਾ ਆਉਂਦਾ। ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਨੇ ਆਪਣੀਆਂ ਜੋ ਫੀਸਾਂ ਦੇ ਵਿੱਚ ਕਮਿਸ਼ਨ ਆਉਂਦੀ ਸੀ ਉਹਨੂੰ ਖਤਮ ਕਰ ਦਿੱਤਾ। ਸਾਰੀ ਜ਼ਿੰਦਗੀ ਕਮਾਈ ਕਰਨੀ ਹੈ, ਪਿਛਲੇ 13 ਸਾਲ ਤੋਂ ਕਮਾਈ ਕਰ ਰਹੇ ਹਾਂ, ਹੁਣ ਨਹੀਂ ਕਰਾਂਗੇ ਤੇ ਕੀ ਹੋ ਜਾਊਗਾ। ਜੇ ਮੇਰੇ ਕੋਲ 100 ਕਸਟਮਰ ਫਾਈਲ ਲਗਾਉਣ ਲਈ ਆਉਂਦਾ ਏ ਤੇ ਉਹਦੇ ਚੋਂ 20 ਕਸਟਮਰਾਂ ਦਾ ਮੇਰਾ ਮਾਰਜਨ ਖਤਮ ਹੋ ਜਾਏਗਾ, ਮੈਨੂੰ ਕੀ ਫਰਕ ਪੈ ਜਾਏਗਾ। ਬਟ ਕਿਤੇ ਨਾ ਕਿਤੇ ਮੈਂ ਭਲੇ ਦਾ ਵੀ ਕੰਮ ਕਰ ਰਿਹਾ ਨਾ, ਸੋ ਮੇਰੇ ਕੰਮ ਨੂੰ ਉੱਚਾ ਚੁੱਕਣ ਲਈ ਉਹ ਦਵਾਵਾਂ ਵੀ ਤੇ ਕੰਮ ਆਉਣਗੀਆਂ। ਅੱਜ ਜਿਸ ਉਸ ਹਰਪ੍ਰੀਤ ਕੌਰ ਸਿੱਧੂ ਜਿਹੜੀ ਮਿਹਰ ਕਿਸਾਨ ਦੀ ਕੁੜੀ ਦਾ ਵੀਜ਼ਾ ਲੱਗਾ, ਕੀ ਤੁਹਾਨੂੰ ਲੱਗਦਾ ਨਹੀਂ ਕਿ ਉਹ ਸਾਰੀ ਜ਼ਿੰਦਗੀ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦਾ ਨਾਂ ਕਦੀ ਭੁੱਲੇਗੀ? ਕੀ ਮੇਹਰ ਸਿੰਘ ਕਦੀ ਭੁੱਲੇਗਾ? ਸੋ ਹਰ ਰੋਜ਼ ਉਹਦੇ ਮੂੰਹ ਦੇ ਵਿੱਚੋਂ ਦਵਾਵਾਂ ਨਿਕਲਦੀਆਂ। ਸੋ ਅੱਜ ਨਾ ਜਾਣੇ ਮਿਹਰ ਸਿੰਘ ਵਰਗੇ ਔਰ ਹਰਪ੍ਰੀਤ ਕੌਰ ਸਿੱਧੂ ਵਰਗੇ ਜਿਨ੍ਹਾਂ ਦੇ ਵਿਦੇਸ਼ ਜਾਣ ਦੇ ਸੁਪਨੇ ਆ ਚਕਨਾਚੂਰ ਹੋ ਗਏ। ਮਾਂ-ਬਾਪ ਕੀ ਕਰਦੇ ਨੇ ਕਿ ਸਾਡਾ ਪੈਸਾ ਨਾ ਖਰਚ ਹੋਵੇ, ਇਹ ਕੁੜੀ ਤੇ ਪਰਾਈ ਆ। ਇਹ ਕੁੜੀ ਜਿੱਦਣ ਪੈਦਾ ਹੋ ਜਾਂਦੀ ਉਹਨੂੰ ਪਰਾਇਆ ਸਮਝਦੇ ਨੇ। ਸੋ ਮੈਂ ਪੰਜਾਬ ਦਾ ਕਲਚਰ ਚੇਂਜ ਕਰਨਾ ਚਾਹੁੰਦਾ। ਸੋ ਪਰਾਇਆ ਕੋਈ ਨਹੀਂ ਹੁੰਦਾ। ਜਿਸ ਮਾਂ ਨੇ ਆਪਣੀ ਕੁੱਖ ਦੇ ਵਿੱਚ 9 ਮਹੀਨੇ ਬੱਚੇ ਨੂੰ ਰੱਖਿਆ ਔਰ ਉਸ ਤੋਂ ਬਾਅਦ ਆਪਣਾ ਪੇਟ ਪਾੜ ਕੇ ਉਸ ਬੱਚੇ ਨੂੰ ਜਨਮ ਦਿੱਤਾ, ਤੇ ਮੇਰੇ ਹਿਸਾਬ ਦੇ ਨਾਲ ਉੱਥੇ ਪਰਾਇਆ ਕੁਛ ਨਹੀਂ ਰਹਿੰਦਾ। ਮਾਂ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ। ਸੋ ਅੱਜ ਉਹ ਮਾਂ-ਬਾਪ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਡਾਲਰਾਂ ਦੇ ਚਮਕ ਦੇ ਵਿੱਚ ਆਪਣੀਆਂ ਧੀਆਂ ਦਾ ਨਾਂ ਸੌਦਾ ਕਰੋ। ਸੋ ਕਿਸੇ ਨੂੰ ਪੈਸੇ ਦੇ ਵਿੱਚ ਕੋਈ ਦਿੱਕਤ ਆ ਰਹੀ ਆ, ਉਹ ਪੈਸੇ ਨਹੀਂ ਖਰਚ ਕਰ ਰਹੇ, ਮੇਰੇ ਕੋਲ ਆਓ, ਮੈਂ ਤੁਹਾਨੂੰ ਘੱਟ ਪੈਸਿਆਂ ਦੇ ਵਿੱਚ ਅੱਜ ਜੇਕਰ ਤੁਸੀਂ ਆਪਣੀ ਕੁੜੀ ਨੂੰ ਵਿਦੇਸ਼ ਭੇਜਣਾ, ਕੀ ਤੁਸੀਂ 3-3.5 ਲੱਖ ਰੁਪਈਆ ਖਰਚਣ ਦੇ ਵੀ ਕਾਬਿਲ ਨਹੀਂ ਹੈਗੇ? ਸੋ ਮੈਂ ਸੋਚਣਾ ਵੀ ਨਹੀਂ ਚਾਹੀਦਾ ਅਗਰ ਇਹਨਾਂ ਨਹੀਂ ਕਰ ਸਕਦੇ। ਅੱਜ ਦੇਖੋ, ਅੱਜ ਹਰ ਇੱਕ ਪਰਿਵਾਰ ਦੇ ਰਿਸ਼ਤੇਦਾਰ ਨੇ, ਭੈਣ ਭਰਾ, ਔਖੇ ਵੇਲੇ ਤੇ ਕੋਈ ਵੀ ਮਦਦ ਕਰ ਸਕਦਾ। ਅੱਜ ਪੰਜਾਬ ਦੇ ਵਿੱਚ ਜੇ ਵਿਦੇਸ਼ ਜਾਣ ਦੀ ਗੱਲ ਹੁੰਦੀ ਆ ਤੇ ਕੀ ਕੋਈ ਬੰਦਾ 2-3 ਲੱਖ ਰੁਪਈਆ ਵੀ ਨਹੀਂ ਇਕੱਠਾ ਕਰ ਸਕਦਾ? ਸੋ ਸਿਰਫ ਤੇ ਸਿਰਫ 3.5 ਲੱਖ ਰੁਪਈਆ 1 ਸਾਲ ਦੀ ਫੀਸ, ਬਾਕੀ ਸਭ ਕੁਝ ਮਾਫ। 52 ਕਾਲਜ ਦੀ ਫੀਸ $15,000 ਹੈ। $15,000, $10,000 ਫੀਸ ਮਾਫ ਸਿਰਫ ਕੁੜੀਆਂ ਲਈ। ਸੋ ਇਸ ਲਈ ਕਿ ਪੰਜਾਬ ਦੇ ਵਿੱਚ ਜਿਹੜੀਆਂ ਕੁੜੀਆਂ ਦਾ ਸ਼ੋਸ਼ਣ ਹੋ ਰਿਹਾ। ਅੱਜ ਜਿਹੜੀ ਕੁੜੀ ਪਰ ਮਾਫ ਕਰਨਾ, ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ, ਜਿਹੜੀਆਂ ਕੁੜੀਆਂ ਇੱਥੋਂ ਚਲੀ ਜਾਂਦੀਆਂ ਨੇ ਜੇਪੀ ਜੀ, ਉਹ ਵੀ ਤਾਂ ਜਾ ਕੇ ਸ਼ੋਸ਼ਣ ਕਰਦੀਆਂ ਨੇ। ਉਹਦਾ ਕਾਰਨ ਕੀ ਮੰਨਦੇ ਹੋ? ਇੱਥੇ ਕੁਝ ਹੋਰ ਹੁੰਦੀਆਂ ਨੇ ਤੇ ਉੱਥੇ ਜਾ ਕੇ ਉਹ ਵੀ ਬਦਲ ਜਾਂਦੀਆਂ ਨੇ। ਡੈਫੀਨੇਟਲੀ ਫਰੂਕੀ ਸਾਹਿਬ, ਅੱਜ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਮੇਰੀ ਨਿਸ਼ਚਿਤ ਕੀਤੀ, ਮੇਰੀ ਤੈਅ ਕੀਤੀ ਕੁੜੀ ਦੇ ਨਾਲ ਵਿਆਹ ਕਰਾ ਲਓ। ਤੁਸੀਂ ਮੇਰੇ ਪ੍ਰੈਸ਼ਰ ਦੀ ਵਜ੍ਹਾ ਦੇ ਨਾਲ ਵਿਆਹ ਤੇ ਕਰਾ ਲੋਗੇ, ਕੀ ਤੁਹਾਡਾ ਦਿਲ ਮੰਨਦਾ ਉਹਦੇ ਨਾਲ ਰਹਿਣ ਲਈ? ਵਿਆਹ ਦਾ ਮਤਲਬ ਉਹੀ ਆ, ਲਾਈਫ ਪਾਰਟਨਰ ਦਾ ਮਤਲਬ ਉਹੀ ਆ ਜਿਹਦੇ ਨਾਲ ਤੁਹਾਡੀ ਦਿਲ ਦੀ ਆਤਮਾ ਅਟੈਚ ਹੁੰਦੀ ਹੈ। ਇੱਥੇ ਮਾਂ-ਬਾਪ ਫੋਰਸ ਕਰਦੇ ਆਪਣੀ ਕੁੜੀ ਨੂੰ, ਇਸੇ ਲਈ ਤੇ ਵਿਆਹ ਟੁੱਟ ਰਹੇ ਨੇ। ਹੋਰ ਮੈਂ ਕਿਉਂ? ਮੇਰੀਆਂ ਤੁਸੀਂ YouTube ਚੈਨਲ ਦੇ ਉੱਤੇ, Facebook ਤੇ ਦੇਖੋ, ਇਸ ਮੁੱਦੇ ਤੇ ਹਜ਼ਾਰਾਂ ਹੀ ਵੀਡੀਓ ਬਣਾ ਚੁੱਕਾ ਹੈ। ਸੋ ਹਜ਼ਾਰਾਂ ਹੀ ਵੀਡੀਓ ਮੈਂ ਬਣਾ ਚੁੱਕਾ, ਮੈਂ ਵਾਸਤੇ ਪਾਉਣਾ। ਮੇਰੇ ਆਫਿਸ ਦੇ ਵਿੱਚ ਦਿਨ ਚੋਂ 10 ਲੋਕ ਇਹੋ ਜਿਹੇ ਆਉਂਦੇ, ਮੇਰੀ ਕੁੜੀ ਨੇ 7 ਬੈਂਡ ਲਏ ਜੀ, ਮੁੰਡਾ ਲੱਭ ਦੋ। ਮੈਂ ਕਿਹਾ ਇਹ ਮੇਰਾ ਕੰਮ ਨਹੀਂ ਆ, ਇਹ ਮੇਰਾ ਕੰਮ ਨਹੀਂ, ਕਿਸੇ ਮੈਰਿਜ ਬਿਊਰੋ ਵਾਲੇ ਕੋ ਜਾਓ। ਔਰ ਮੈਂ ਫਰਜ਼ੀ ਜਿਹੜੇ ਮੈਰਿਜ ਵਾਲੇ ਕੇਸ ਆ ਉਹ ਆਪਣੇ ਦਫ਼ਤਰ ਦੇ ਵਿੱਚ ਨਹੀਂ ਲੈਂਦਾ। ਜਿਹੜੇ ਬੰਦੇ ਨੇ ਜੈਨੂਇਨ ਵਿਆਹ ਹੈ ਅਸੀਂ ਖੁਦ ਇਨਵੈਸਟੀਗੇਟ ਕਰਦੇ, ਕਿਉਂਕਿ ਜਦੋਂ ਫਾਈਲ ਲੱਗਦੀ ਨਾ ਕਿਤੇ ਕੰਪਨੀ ਦਾ ਨਾਮ ਐਮਬੈਸੀ 'ਚ ਪ੍ਰੈਜ਼ੈਂਟ ਹੁੰਦਾ। ਸੋ ਜਦੋਂ
ਉਹਨਾਂ ਨੂੰ ਪਤਾ ਲੱਗਦਾ ਕਿ ਇਹ ਫਾਈਲ ਕਿਹੜੀ ਕੰਪਨੀ ਤੋਂ ਆਈ ਆ, ਇਹ ਫਰਜ਼ੀ ਆ ਵਿਆਹ, ਤੇ ਉਹ ਕੰਪਨੀ ਨੂੰ ਵੀ ਬਲੈਕਲਿਸਟ ਕਰ ਦਿੱਤਾ ਜਾਂਦਾ। ਸੋ ਅਸੀਂ ਆਪਣੀ ਕੰਪਨੀ ਦਾ ਨਾਮ ਬਣਾਉਣਾ ਚਾਹੁੰਦੇ, ਵਿਗਾੜਨਾ ਨਹੀਂ ਚਾਹੁੰਦੇ। ਸੋ ਜਿਨ੍ਹਾਂ ਨੇ ਜੈਨੂਇਨ ਵਿਆਹ ਕਰਵਾਇਆ ਉਹ ਜ਼ਰੂਰ ਜਾਣ, ਉਹਨਾਂ ਦਾ ਵੀਜ਼ਾ ਜ਼ਰੂਰ ਲੱਗੇਗਾ, ਅਸੀਂ ਲਗਵਾ ਕੇ ਦੇਵਾਂਗੇ। ਬਟ ਕਿਤੇ ਨਾ ਕਿਤੇ ਉਹ ਮਾਂ-ਬਾਪ, ਸ਼ਾਇਦ ਹੋ ਸਕਦਾ ਉਹਨਾਂ ਦੀ ਮਜਬੂਰੀ ਹੋਵੇ, ਉਹਨਾਂ ਕੋਲ ਪੈਸਾ ਨਾ ਹੋਵੇ। ਅੱਜ ਦੀ ਆਫਰ ਜਿਹੜੀ ਉਹਨਾਂ ਮਾਂ-ਬਾਪ ਲਈ ਆ, ਧੀ ਬਚਾਓ ਔਰ ਧੀ ਨੂੰ ਪੜਾਓ। ਕਿਉਂਕਿ ਦੁਨੀਆ ਦੇ ਵਿੱਚ ਮੇਰਾ ਤਜਰਬਾ ਇਹ ਕਹਿੰਦਾ ਕਿ ਸਭ ਤੋਂ ਵੱਡੀ ਇਨਵੈਸਟਮੈਂਟ ਐਜੂਕੇਸ਼ਨ ਆ। ਜਿਹੜਾ ਮਾਂ-ਬਾਪ ਆਪਣੇ ਬੱਚੇ ਦੀ ਐਜੂਕੇਸ਼ਨ ਤੇ ਪੈਸਾ ਸਪੈਂਡ ਕਰੇਗਾ, ਉਹਨੂੰ 200 ਗੁਣਾ ਰਿਟਰਨ ਆਏਗੀ। ਅੱਜ ਤੁਸੀਂ ਐਫਡੀ ਕਰਵਾ ਲਓ ਬੈਂਕ ਦੇ ਵਿੱਚ, ਉਹਦਾ ਇੰਟਰਸਟ 5% ਮਿਲਦਾ, ਜਿਹਦੇ ਵਿੱਚ 10% ਬੈਂਕ TDS ਕੱਟ ਲੈਂਦਾ, ਪੱਲੇ ਤੁਹਾਡੇ ਫਿਰ ਕੱਖ ਨਹੀਂ ਪੈਂਦਾ। ਬਟ ਅੱਜ ਤੁਹਾਨੂੰ ਮੈਂ ਸਕੀਮ ਦੱਸਦਾ ਕਿ ਆਪਣੇ ਬੱਚਿਆਂ ਦੀ ਐਜੂਕੇਸ਼ਨ ਤੇ ਪੈਸਾ ਲਗਾਓ। ਅੱਜ ਜੇ ਤੁਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਤੇ 100 ਰੁਪਇਆ ਲਗਾਓਗੇ ਤੇ ਮੇਰੇ ਕੋਲ ਸਕੋਰੇ ਸਟਾਮ ਤੇ ਲਿਖਾ ਲਓ ਕਿ 100 ਰੁਪਇਆ ਅੱਜ ਦਾ ਖਰਚ ਕੀਤਾ, ਆਉਣ ਵਾਲੇ ਸਮੇਂ ਦੇ ਵਿੱਚ 10,000 ਰੁਪਇਆ ਨਾ ਦੇ ਕੇ ਜਾਏਗਾ ਤੇ ਮੇਰਾ ਨਾਮ ਚੇਂਜ ਕਰ ਦਿਓ। ਇਨਵੈਸਟਮੈਂਟ ਕਰਨੀ ਆ, ਬੈਂਕਾਂ 'ਚ ਇਨਵੈਸਟ ਕਰਨੇ ਪੈਸੇ ਬੰਦ ਕਰ ਦਿਓ, ਬੈਂਕਾਂ 'ਚ ਐਫਡੀਆਂ ਕਰਨੀਆਂ ਬੰਦ ਕਰ ਦਿਓ। ਇਨਵੈਸਟ ਕਰਨਾ ਤੇ ਆਪਣੇ ਬੱਚਿਆਂ ਦੀ ਚੰਗੀ ਐਜੂਕੇਸ਼ਨ ਤੇ ਇਨਵੈਸਟ ਕਰੋ, ਕਿਉਂਕਿ ਅੱਜ ਜਿਹੜੇ ਪੈਸੇ ਤੁਸੀਂ ਇਨਵੈਸਟ ਕਰੋਗੇ ਆਪਣੇ ਬੱਚਿਆਂ ਦੀ ਸਿੱਖਿਆ ਦੇ, ਤੁਹਾਡਾ ਬੱਚਾ ਇੰਜੀਨੀਅਰ ਬਣੇਗਾ, ਤੁਹਾਡਾ ਬੱਚਾ IAS ਬਣੇਗਾ, ਤੁਹਾਡਾ ਬੱਚਾ IPS ਬਣੇਗਾ, ਤੇ ਫਿਰ ਦੇਖੋ ਸਾਰੀ ਜ਼ਿੰਦਗੀ ਦਾ ਸੁੱਖ। ਅੱਜ ਕੁਝ ਸਮੇਂ ਲਈ ਅਸੀਂ ਤੰਗ ਜ਼ਰੂਰ ਰਹਿ ਲਾਂਗੇ, ਬਟ ਜਿਹੜੀ ਇਨਵੈਸਟਮੈਂਟ ਐਜੂਕੇਸ਼ਨ ਦੀ ਆ ਉਹ ਕੋਈ ਬੰਦਾ ਖੋ ਨਹੀਂ ਸਕਦਾ। ਅੱਜ ਤੁਹਾਡੀ ਸੇਵਿੰਗ ਹੈ, ਤੁਹਾਡੇ ਘਰ ਪੈਸੇ ਜੁੜੇ ਨੇ, ਕੋਈ ਲੁਟੇਰਾ ਆ ਕੇ ਡਾਕਾ ਮਾਰ ਕੇ ਖੋ ਕੇ ਲੈ ਸਕਦਾ। ਬਟ ਜਿਹੜੀ ਐਜੂਕੇਸ਼ਨ ਤੁਹਾਡੇ ਮਾਂ-ਬਾਪ ਨੇ ਤੁਹਾਨੂੰ ਲੈ ਕੇ ਦੇ ਦਿੱਤੀ ਹੈ, ਉਹ ਜਿੱਡਾ ਮਰਜ਼ੀ ਕੋਈ ਗੈਂਗਸਟਰ ਆ ਜਾਏ, ਲੁਟੇਰਾ ਆ ਜਾਏ, ਉਹ ਕਦੀ ਖੋ ਕੇ ਨਹੀਂ ਲੈ ਸਕਦਾ। ਗਲਤੀ ਕਿੱਥੇ ਹੁੰਦੀ ਹੈ? ਗਲਤੀ ਕਿਤੇ ਨਾ ਕਿਤੇ ਮਾਂ-ਬਾਪ ਦੀ ਆ, ਉਸ ਤੋਂ ਬਾਅਦ ਏਜੰਟਾਂ ਦੀ ਆ। ਅੱਜ ਡਾਲਰਾਂ ਦੀ ਚਮਕ ਦੇ ਵਿੱਚ ਮਾਂ-ਬਾਪ ਕਹਿੰਦਾ, ਮਾਂ-ਬਾਪ ਜਦੋਂ ਉਹਦੇ ਘਰ ਧੀ ਪੈਦਾ ਹੋ ਜਾਂਦੀ, ਸਾਡੇ ਪੰਜਾਬ ਦਾ ਕਲਚਰ ਆ, ਧੀ ਨੂੰ ਕਦੀ ਮਾਂ-ਬਾਪ ਆਪਣਾ ਸਮਝਦੇ ਹੀ ਨਹੀਂ। ਅੱਜ ਦੇਖੋ ਬਹੁਤ ਸਾਰੇ ਲੋਕ ਨੇ, ਬਹੁਤ ਸਾਰੀਆਂ ਕੁੜੀਆਂ ਨੇ। ਅੱਜ ਜਿੰਨਾ ਚਿਰ ਸਮਾਜ ਦੇ ਵਿੱਚ ਕੁੜੀਆਂ ਅੱਗੇ ਨਹੀਂ ਵਧਣਗੀਆਂ, ਅੱਜ ਜੇ ਮੈਂ ਇਸ ਦੁਨੀਆ 'ਚ ਪੈਦਾ ਹੋਇਆ ਤੇ ਮੈਨੂੰ ਵੀ ਇੱਕ ਔਰਤ ਨੇ ਪੈਦਾ ਕੀਤਾ, ਤੁਸੀਂ ਪੈਦਾ ਹੋਏ ਹੋ, ਤੁਹਾਨੂੰ ਵੀ ਇੱਕ ਔਰਤ ਨੇ ਪੈਦਾ ਕੀਤਾ। ਉਹ ਕੌਣ ਹੈ? ਉਹ ਇੱਕ ਧੀ ਆ, ਉਹ ਇੱਕ ਧੀ ਆ। ਜੇ ਇੱਕ ਪੈਦਾ ਕਰਨ ਵਾਲੀ ਮਾਂ ਚੰਗੀ ਐਜੂਕੇਟਡ ਹੋਏਗੀ ਤੇ ਉਹਦੀ ਔਲਾਦ ਵੀ ਚੰਗੀ ਐਜੂਕੇਟਡ ਬਣੇਗੀ। ਜੋ ਇੱਕ ਔਲਾਦ ਨੂੰ ਪੈਦਾ ਕਰਨ ਵਾਲੀ ਮਾਂ ਅਨਪੜ੍ਹ ਹੋਏਗੀ। ਸੋ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਜੈਸਾ ਤੁਸੀਂ ਬੀਜ ਬੋਜੋਗੇ ਉਹੋ ਹੀ ਫਸਲ ਵੱਢੋਗੇ। ਸੋ ਆਪਾਂ ਆਪਣੀਆਂ ਨਸਲਾਂ ਨੂੰ ਸੁਧਾਰਨਾ ਹੈ ਤੇ ਕੁੜੀਆਂ ਨੂੰ ਵੱਧ ਐਜੂਕੇਟਡ ਕਰੋ। ਜੇ ਕੁੜੀ ਵੱਧ ਐਜੂਕੇਟਡ ਹੋ ਜਾਏਗੀ ਤੇ ਤੁਹਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਆਟੋਮੈਟਿਕਲੀ ਐਜੂਕੇਟਡ ਹੋਏਗੀ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਤੁਸੀਂ ਬੜੀ ਵਧੀਆ ਮੈਨੂੰ ਲੱਗਦਾ ਹੈ ਕਿ ਆਫਰ ਰੱਖੀ ਹੈਗੀ ਹੈ ਉਹਨਾਂ ਮਾਂ-ਬਾਪਾਂ ਦੇ ਲਈ ਜੋ ਸੋਚਦੇ ਨੇ ਕਿ ਕਿਤੇ ਨਾ ਕਿਤੇ ਆਰਥਿਕ ਪੱਖੋਂ ਉਹ ਤੰਗ ਹੋ ਕੇ ਕੁੜੀ ਨੂੰ ਨਹੀਂ ਭੇਜਦੇ, ਵਿਦੇਸ਼ ਨਹੀਂ ਭੇਜਦੇ, ਔਰ ਕਿਤੇ ਨਾ ਕਿਤੇ ਜਿਹੜਾ ਮਜਬੂਰੀ ਬਸ ਕਹਿ ਲਈਏ ਜਾਂ ਅਸੀਂ ਕਹਿ ਲਈਏ ਕਿ ਇਸ ਵੇਲੇ ਤਾਂ ਗੋਰਖ ਧੰਦਾ ਹੀ ਇਸ ਮਾਮਲੇ ਦਾ ਚੱਲ ਰਿਹਾ ਕਿ ਉਹ ਗੈਰ ਯੋਗ ਵਿਅਕਤੀ ਦੇ ਲੜ ਉਸ ਨੂੰ ਲਾ ਦਿੰਦੇ ਨੇ। ਔਰ ਮੈਨੂੰ ਲੱਗਦਾ ਹੈ ਕਿ ਕੈਂਬਰਿਜ ਇੰਟਰਨੈਸ਼ਨਲ ਜਿਹੜੀ ਅਕੈਡਮੀ ਹੈਗੀ ਹੈ ਇਹ ਕਾਫੀ ਸਹਿਯੋਗ ਕਰੇਗੀ ਬੱਚਿਆਂ ਨੂੰ ਸਿੱਖਿਆ ਦੇਣ ਦੇ ਵਿੱਚ। ਜਿਹੜਾ ਤੁਸੀਂ ਸਕਾਲਰਸ਼ਿਪ ਦਾ ਅੱਜ ਅਨਾਉਂਸਮੈਂਟ ਕੀਤੀ ਹੈ, ਲਗਭਗ 3 ਲੱਖ ਰੁਪਏ ਜਿਹੜੀ ਇਹਦੀ ਅਮਾਊਂਟ ਬਣਦੀ। ਬਹੁਤ ਬਹੁਤ ਸ਼ੁਕਰੀਆ JP ਜੀ। ਧੰਨਵਾਦ ਜੀ, ਬਹੁਤ ਸ਼ੁਕਰੀਆ। ਸੋ ਇਹ ਸਨ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਓਨਰਸ ਨੇ, MD ਨੇ JP ਸਿੰਘ, ਜਿਹੜੇ ਕਿ ਪਿਛਲੇ 13 ਸਾਲਾਂ ਤੋਂ ਅੰਮ੍ਰਿਤਸਰ ਅਤੇ ਜਲੰਧਰ ਦੇ ਵਿੱਚ ਆਪਣਾ ਦਫ਼ਤਰ, ਕੰਸਲਟੈਂਟ ਦਾ ਦਫ਼ਤਰ ਹੈ ਜਿਹੜਾ ਉਹ ਚਲਾ ਰਹੇ ਨੇ। IELTS ਦੀ ਵੀ ਟ੍ਰੇਨਿੰਗ ਇਹ ਕਰਦੇ ਨੇ, ਇੱਥੇ ਦਿੰਦੇ ਨੇ ਮੁੰਡੇ ਕੁੜੀਆਂ ਨੂੰ। ਔਰ ਉੱਥੇ ਇਹਨਾਂ ਨੇ ਇੱਕ ਵੱਡੀ ਆਫਰ ਹੈ ਜਿਹੜੀ ਉਹਨਾਂ ਕੁੜੀਆਂ, ਉਹਨਾਂ ਧੀਆਂ ਦੇ ਲਈ ਦਿੱਤੀ ਹੈ। 3 ਲੱਖ ਦੇ ਕਰੀਬ ਸਕਾਲਰਸ਼ਿਪ ਹੈ ਜਿਹੜੀ ਅਕੈਡਮੀ ਵੱਲੋਂ ਦਿੱਤੇ ਜਾਣ ਦਾ ਇਹਨਾਂ ਨੇ ਅਨਾਉਂਸ ਕੀਤਾ ਹੈ। ਔਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮਾਂ-ਬਾਪਾਂ ਨੂੰ ਲੱਗਦਾ ਹੈ ਕਿ ਧੀਆਂ ਉਹਨਾਂ ਤੇ ਬੋਝ ਨੇ ਤਾਂ ਉਹ ਵਿਦੇਸ਼ ਪੜਾਉਣਾ ਚਾਹੁੰਦੇ ਨੇ, ਧੀਆਂ ਪੜ੍ਹਨੀਆਂ ਚਾਹੁੰਦੇ ਨੇ, ਤਾਂ $5100 ਦੀ ਜਿਹੜੀ ਆਰਥਿਕ ਸਹਾਇਤਾ ਉਹ ਵੀਜ਼ਾ ਲੱਗਣ ਤੋਂ ਬਾਅਦ ਜਿਹੜੀ ਉਹ ਅਕੈਡਮੀ ਵੱਲੋਂ ਦਿੱਤੀ ਜਾਏਗੀ। ਫਿਲਹਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਅਤੇ ਇਸ ਗੱਲਬਾਤ ਦੇ ਵਿੱਚੋਂ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆਉਂਦਾ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ। ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ ਉਸ ਦਾ ਜਵਾਬ ਹੈ ਜਿਹੜਾ JP ਸਿੰਘ ਹੋਰਾਂ ਤੋਂ ਲੈ ਸਕੀਏ। ਫਿਲਹਾਲ ਮੈਨੂੰ ਦਿਓ ਆਗਿਆ। ਧੰਨਵਾਦ।